ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਵਿਘਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰੋਂ ਧਰਾ ਪਰ ਪਨ ਪਨ। ਵਾਹਿਗੁਰੂ ਪਨ ਪਨ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ। राम पने अभिराम, जो काम न होए सो ताम ते लीजै। जे जग काज सो पाज समाज, तुम्हें नह छाजत क्यों उर चीजै। परम सम्मानयोग जुगो जुग अटल सतगुरु चवर छत्र तख्त दे मालक ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਬਰਕਤਮਈ ਮੁਬਾਰਕ ਹਜ਼ੂਰੀ ਅੰਦਰ ਸੰਧਿਆ ਵਕਤ ਤੋਂ ਸਜੇ ਪਾਵਨ ਦੀਵਾਨ ਤਿਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋਂ, ਤਨਤਾ ਦੇ ਯੋਗ ਹੋ। जितने भी शरीर आप गुरु चरणों विच विराजमान हो, सतगुरु जी की अपार बख्शिश रहमत कृपा का सदका चल रही लड़ीवार श्री गुरु प्रताप सूरज ग्रंथ की मुबारक कथा, जिस कथा अंदर धन गुरु नानक पातशाह महाराज जी सुल्तानपुर विच किवें बख्शिशां कर रहे ने, कि उत्थे हुण मोदी खाने दे विच मोदी जी कार निभाउणगे। आपां गुरु साहिब जी दे जीवन तो जाणू हो रहे हाँ। वड्डियां भागां वाले हो जो अपने कन्नां राहीं गुरु साहिब जी की उस्तत
ਕੀਤੇ ਗਏ ਪਰਉਪਕਾਰ ਬਖਸ਼ਿਸ਼ਾਂ ਨੂੰ ਆਪ ਸਰਵਣ ਕਰਦੇ ਹੋ। ਆਓ ਕੱਲ ਦੇ ਦੀਵਾਨਾਂ ਵਿੱਚ ਜਿਵੇਂ ਆਪ ਜੀ ਨੇ ਸਰਵਣ ਕੀਤਾ, ਤਲਵੰਡੀ ਵਿਖੇ ਤੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਬੀਬੀ ਨਾਨਕੀ ਕੋਲ ਆਉਂਦੇ ਨੇ, ਭਾਈਆ ਜੈ ਰਾਮ ਜੀ ਕੋਲ। ਇੱਥੇ ਆ ਕੇ ਕੁਝ ਸਮਾਂ ਬਤੀਤ ਕਰਦੇ ਨੇ ਤੇ ਉਸ ਤੋਂ ਬਾਅਦ ਇੱਕ ਦਿਨ ਭਾਈਆ ਜੈ ਰਾਮ ਜੀ ਤੇ ਬੀਬੀ ਨਾਨਕੀ ਜੀ ਨੂੰ ਗੁਰੂ ਸਾਹਿਬ ਜੀ ਇਹ ਗੱਲ ਕਹਿੰਦੇ ਹਨ ਕਿ ਜਿਵੇਂ ਸਿਆਣੇ ਕਹਿੰਦੇ ਨੇ ਕਿ ਅਸਲ ਦੇ ਵਿੱਚ ਸੰਸਾਰ ਦੇ ਅੰਦਰ ਕਿਰਤਕਾਰ ਕਰਨੀ ਜਿਹੜੀ ਹੈ ਉਹ ਜ਼ਰੂਰੀ ਹੈ ਤੇ ਖਾਲੀ ਨਹੀਂ ਬੈਠਣਾ ਚਾਹੀਦਾ। ਇਸ ਕਰਕੇ ਹੁਣ ਮੈਂ ਵੀ ਚਾਹੁੰਦਾ ਕਿ ਕੋਈ ਨਾ ਕੋਈ ਜਿਹੜਾ ਹੈ ਕਿਰਤ ਕੀਤੀ ਜਾਵੇ। ਤੇ ਅੱਗਿਓਂ ਭਾਈਆ ਜੈ ਰਾਮ ਜੀ ਕਹਿਣ ਲੱਗੇ, ਤੁਹਾਨੂੰ ਕੀ ਜ਼ਰੂਰਤ ਹੈ, ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਂ। ਚੰਗਾ ਖਾਓ, ਚੰਗਾ ਪਹਿਨੋ, ਸਤ ਸੰਗਤ ਕਰਿਆ ਕਰੋ ਅਤੇ ਸੰਗਤ ਨੂੰ ਜੋੜੋ, ਆਪ ਵੀ ਜਪੋ ਤੇ ਵਾਹਿਗੁਰੂ ਦਾ ਨਾਮ ਹੋਰਨਾਂ ਨੂੰ ਵੀ ਜਪਾਓ। ਤੁਸੀਂ ਜਿਸ ਕਾਰਜ ਲਈ ਆਏ ਹੋਏ ਸੰਸਾਰ 'ਤੇ, ਇਹੋ ਜਿਹੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਆਓ ਅੱਗੇ ਕਿਵੇਂ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਭਾਈਆ ਜੈ ਰਾਮ ਜੀ ਨੂੰ ਤੇ ਬੇਬੇ ਨਾਨਕੀ ਜੀ ਦੇ ਨਾਲ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਕ ਜਰਾਮ ਪਨੇ ਅਭਿਰਾਮ, ਜੋ ਕਾਮ ਨਾ ਹੋਏ ਸੋ ਤਾਮ ਤੇ ਲੀਜੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭਾਈਆ ਜੈ ਰਾਮ ਜੀ ਨੇ ਫਿਰ ਇਹ ਲਫ਼ਜ਼ ਕਹੇ ਨੇ ਕਿ ਜਿਸ ਚੀਜ਼ ਦੀ ਵੀ ਕਾਮਨਾ ਹੋਵੇ, ਇੱਛਾ ਹੋਵੇ, ਸੋ ਤੁਸੀਂ ਘਰ ਤੋਂ ਲੈ ਲੈਣੀ ਹੈ। ਇਸ ਲਈ ਜਿਹੜਾ ਹੈ ਤੁਹਾਨੂੰ ਜਿਹੜਾ ਹੈ ਕਿਰਤਕਾਰ ਕਰਨ ਦੀ ਕੀ ਲੋੜ ਪਈ ਹੈ। ਤੁਸੀਂ ਇੱਦਾਂ ਕਰੋ, ਘਰ ਦੇ ਵਿੱਚ ਹੀ ਰਹੋ, ਖਾਓ ਪੀਓ, ਚੰਗੇ ਵਸਤਰ ਪਹਿਨਣ ਨੂੰ ਜੋ ਤੁਹਾਡਾ ਮਨ ਕਰਦਾ ਹੈ, ਪਰ ਤੁਸੀਂ ਜਿਹੜਾ ਹੈ ਸਾਡੇ ਕੋਲ ਇੱਥੇ ਰਹਿ ਕੇ ਤੇ ਸਾਡੇ ਤੋਂ ਸੇਵਾ ਲਓ ਤੁਸੀਂ। ਇਸ ਲਈ ਜੋ ਵੀ ਕਾਮਨਾ, ਜੋ ਵੀ ਇੱਛਾ ਹੈ, ਤੁਸੀਂ ਇਸ ਘਰ ਦੇ ਵਿੱਚੋਂ ਲੈ ਲੈਣੀ ਹੈ, ਕਿਉਂਕਿ ਇਹ ਸਾਡਾ ਘਰ ਨਹੀਂ, ਇਹ ਤੁਹਾਡਾ ਹੀ ਘਰ ਹੈ। ਜੇ ਜਗ ਕਾਜ ਸੋ ਪਾਜ ਸਮਾਜ, ਤੂੰ ਮੈਂ ਨਹਿ ਛਾਜਤ ਕਿਉਂ ਉਰ ਛੀਜੈ। ਇਸ ਲਈ ਜਿਹੜੇ ਜਗ ਦੇ ਕਾਰਜ ਹਨ ਨਾ ਉਹ ਫਜ਼ੂਲ ਨੇ। ਭਾਈਆ ਜੈ ਰਾਮ ਜੀ ਕਹਿੰਦੇ ਤੁਹਾਨੂੰ ਇਹ ਸ਼ੋਭਦੇ ਨਹੀਂ। ਇਸ ਲਈ ਜਿਹੜਾ ਹੈ ਇਹਨਾਂ ਕਾਰਜਾਂ ਦੇ ਵਿੱਚ ਐਵੇਂ ਖੱਜਲ ਖੁਆਰੀ ਹੋਵੇਗੀ, ਤੁਸੀਂ ਖੱਜਲ ਖੁਆਰ ਹੋਵੋਗੇ, ਐਵੇਂ ਤੁਸੀਂ ਇਹਨਾਂ ਕਾਰਜਾਂ ਵਿੱਚ ਫਸੋ ਨਾ, ਤੁਸੀਂ ਇਹ ਕੰਮ ਰਹਿਣ ਦਿਓ। ਲਾਜ ਪਰੇ ਮਹਾਰਾਜ ਬਿਸਾਰ, ਪਚੇ ਨਿਜ ਕਾਜੈ ਮੂੰਹ ਸੇ ਲਖੀਜੈ। ਰੱਬ ਨੂੰ ਭੁਲਾ ਕੇ ਲਾਜ ਆਉਂਦੀ ਹੈ, ਭਾਵ ਸ਼ਰਮਸ਼ਾਰ ਹੋਈਦਾ ਹੈ ਜਦੋਂ ਅਕਾਲ ਪੁਰਖ ਨੂੰ ਨਹੀਂ ਚੇਤੇ ਕਰੀਦਾ। ਅਸੀਂ ਤਾਂ ਆਪਣੇ ਨਿੱਜ ਕੰਮਾਂ ਦੇ ਵਿੱਚ ਫਸੇ ਹੋਏ ਹਾਂ ਤੇ ਇਸ ਲਈ ਤੁਸੀਂ ਜਿਹੜਾ ਹੈ ਇਹਨਾਂ ਕੰਮਾਂ ਦੇ ਵਿੱਚ ਨਾ ਫਸੋ। ਬੈਠ ਰਹੋ ਜਸ ਨਾਮ ਕਹੋ, ਹਰ ਪ੍ਰੇਮ ਲਹੋ ਸੁਖ ਯੋ ਮੁਝ ਦੀਜੈ। ਹਮੇਸ਼ਾ ਬੈਠੇ ਰਹੋ, ਰੱਬ ਦਾ ਨਾਮ ਜਪੋ, ਪਰਮਾਤਮਾ ਦੇ ਨਾਲ ਹੋਰ ਵਧੇਕ ਪ੍ਰੇਮ ਪਾਓ। ਇਸ ਤਰ੍ਹਾਂ ਕਰਕੇ ਮੈਨੂੰ ਜਿਹੜਾ ਤੁਸੀਂ ਸੁਖ ਦੇਵੋ। ਉਨ ਪੰਕਜ ਨੈਣ ਪਨੇ ਮੁਖ ਬੈਨ, ਸੁਸਾ ਸੁਨ ਬੈਦ ਬਖਾਨਤ ਜੈਸੇ। ਇਸ ਲਈ ਜਿਹੜਾ ਗੁਰੂ ਸਾਹਿਬ ਜੀ ਨੇ ਇਹ ਬਚਨ ਜਦੋਂ ਸੁਣੇ ਨੇ ਨਾ, ਲਫ਼ਜ਼ ਸੁਣੇ ਨੇ, ਤੇ ਫਿਰ ਭਾਈਆ ਜੈ ਰਾਮ ਜੀ ਨੂੰ, ਬੇਬੇ ਨਾਨਕੀ ਜੀ ਨੂੰ ਇਹ ਗੱਲ ਕਹਿਣ ਲੱਗੇ ਹਨ। ਕਰ ਸੋ ਕਰ ਕਾਰ ਆਹਾਰ ਕਰੇ, ਕ੍ਰਿਤਾਰਥ ਦੇਹ ਕਰੇ ਨਰ ਐਸੇ। ਭੈਣ ਜੀ ਸੁਣੋ,
ਅਸਲ ਦੇ ਵਿੱਚ ਜਿਸ ਤਰ੍ਹਾਂ ਸਭ ਸਿਆਣੇ ਕਹਿੰਦੇ ਨੇ, ਗਿਆਨਵਾਨ ਕਹਿੰਦੇ ਨੇ ਕਿ ਆਪਣੇ ਹੱਥਾਂ ਦੇ ਨਾਲ ਕਿਰਤ ਕਰਕੇ ਭੋਜਨ ਕਮਾ ਕੇ ਉਹਨੂੰ ਛਕਣਾ ਜਿਹੜਾ ਹੈ ਤਾਂ ਹੀ ਜਿਹੜਾ ਸਫਲ ਹੈ। ਕਿਰਤਕਾਰ ਕਰੋ ਜਿਵੇਂ ਸਾਨੂੰ ਸਿੱਖਿਆ ਮਾਲਕ ਨੇ ਦਿੱਤੀ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤਨ ਦਾ। ਦਸਾਂ ਨਹੁੰਆਂ ਦੀ ਕਿਰਤ ਕਰ, ਆਪ ਛਕ ਤੇ ਹੋਰਨਾਂ ਨੂੰ ਛਕਾ। ਕਾਲ ਖਾਏ ਕਿਛ ਹੱਥੋਂ ਦੇ, ਗੁਰੂ ਨਾਨਕ ਸਾਹਿਬ ਜੀ। ਕਿਰਤ ਕਮਾਈ ਦੀ ਜਿਹੜਾ ਹੈ, ਆਪਣੀ ਹੱਥੀਂ ਕਿਰਤ ਕਮਾਈ ਦੀ, ਤੂੰ ਕਮਾਈ ਕਰਕੇ ਤੇ ਪ੍ਰਸ਼ਾਦਾ ਬਣਾ, ਉਹਨੂੰ ਛਕ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਕਿਸੇ ਨੂੰ ਦੇ ਵੀ ਜ਼ਰੂਰ। ਨਾਨਕ ਰਾਹ ਪਛਾਣੇ ਸੀ, ਉਹੀ ਅਸਲ ਦੇ ਵਿੱਚ ਸਹੀ ਰਸਤਾ ਜਿਹੜਾ ਪਛਾਣ ਸਕਦਾ ਹੈ, ਉਹੀ ਪਰਮਾਤਮਾ ਤੱਕ ਪਹੁੰਚ ਸਕਦਾ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਆਪਣਾ ਜੀਵਨ ਅਸੀਂ ਤਾਂ ਹੀ ਸਫਲ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਹੱਥੀਂ ਕਾਰ ਕਰਕੇ। ਇਸੇ ਕਰਕੇ ਸਿਧਾਂਤ ਪਹਿਲਾ ਕਿਰਤ ਕਰੋ। ਇਹ ਤੇ ਖੇਡ ਮਾਲਕ ਦੀ ਹੈ ਕਿ ਬਾਬਾ ਮਹਿਤਾ ਕਾਲੂ ਜੀ ਜੋ ਕਹਿ ਰਹੇ ਨੇ, ਗੁਰੂ ਸਾਹਿਬ ਜੀ ਅਸਲ ਦੇ ਵਿੱਚ ਕਰ ਤੇ ਰਹੇ ਨੇ, ਗੁਰੂ ਸਾਹਿਬ ਜੀ ਦੀਆਂ ਨਜ਼ਰਾਂ ਵਿੱਚ ਉਹ ਠੀਕ ਹੈ, ਨਜ਼ਰੀਏ ਮੁਤਾਬਕ ਠੀਕ ਹੈ, ਪਰ ਬਾਬਾ ਮਹਿਤਾ ਕਾਲੂ ਜੀ ਮੁਤਾਬਕ ਉਹ ਗਲਤ ਹੈ। ਉਹਨਾਂ ਨੂੰ ਲਾਭ ਨਹੀਂ ਦਿਖ ਰਿਹਾ, ਗੁਰੂ ਸਾਹਿਬ ਜੀ ਨੂੰ ਲਾਭ ਦਿਖ ਰਿਹਾ। ਇਸ ਕਰਕੇ ਹੁਣ ਭਾਈਆ ਜੈ ਰਾਮ ਜੀ ਨੂੰ, ਬੇਬੇ ਨਾਨਕੀ ਜੀ ਨੂੰ ਇਹ ਗੱਲ ਕਹਿ ਰਹੇ ਨੇ ਗੁਰੂ ਸਾਹਿਬ ਜੀ ਕਿ ਆਪਣੇ ਹੱਥੀਂ ਕਿਰਤ ਕਰਕੇ ਖਾਧੀ ਨਾ, ਉਹ ਤੇ ਬਹੁਤ ਚੰਗੀ ਹੁੰਦੀ ਹੈ। ਹੁਣ ਅੱਗੇ ਇਹੋ ਗੱਲ ਤੇ ਸਮਝਾਉਣਗੇ ਲੜੀਵਾਰ ਇਸ ਇਤਿਹਾਸ ਦੇ ਵਿੱਚ, ਜਦੋਂ ਘਟਨਾ ਭਾਈ ਲਾਲੋ ਤੇ ਭਾਈ ਮਲਕ ਭਾਗੋ ਦੀ ਆਏਗੀ ਤੇ ਉੱਥੇ ਇਹੋ ਹੀ ਗੱਲ ਸਮਝਾ ਰਹੇ ਨੇ। ਇੱਕ ਪਾਸੇ ਹੱਥੀਂ ਕਿਰਤਕਾਰ ਕੀਤੀ ਜਾ ਰਹੀ ਹੈ, ਦੂਸਰੇ ਪਾਸੇ ਜਿਹੜਾ ਹੈ ਕਿਸੇ ਗਰੀਬ ਦਾ ਧਨ ਲੁੱਟਿਆ ਜਾ ਰਿਹਾ ਹੈ, ਕਿਸੇ ਦਾ ਹੱਕ ਮਾਰਿਆ ਜਾ ਰਿਹਾ ਹੈ, ਖੂਨ ਪਸੀਨੇ ਦੀ ਕਮਾਈ ਜਿਹੜਾ ਉਹ ਖਾਧੀ ਜਾ ਰਹੀ ਹੈ, ਜਿੱਥੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਨਕਾਰੀ ਹੋਣਗੇ ਕਿ ਮੈਂ ਤੇਰੇ ਘਰੇ ਭੋਜਨ ਨਹੀਂ ਛਕਣਾ। ਸਾਫ਼ ਇਨਕਾਰ ਕਰ ਦਿੱਤਾ। ਇਹ ਨਹੀਂ ਕਿ ਹਾਂ 36 ਪ੍ਰਕਾਰ ਦੇ ਭੋਜਨ ਬਣਾਏ ਹੋਣਗੇ ਮਲਕ ਭਾਗੋ ਨੇ, ਉਹਨੇ ਖੁਦ ਕਿਹਾ ਸੀ ਕਿ ਤੁਹਾਡੇ ਲਈ ਤੇ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ, ਤੁਸੀਂ ਕਿਉਂ ਨਹੀਂ ਆਉਣਾ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਨਹੀਂ, ਮੈਂ ਤੇਰੀ ਇਹ ਕਿਰਤ ਕਮਾਈ ਜਿਹੜੀ ਹੈ ਨਾ, ਤੂੰ ਜਿੱਦਾਂ ਕਰਦਾ ਹੈ, ਜਿਹਦੇ ਨਾਲ ਤੂੰ ਜਿਹੜਾ ਹੈ ਅਸਲ ਦੇ ਵਿੱਚ ਭੋਜਨ ਤਿਆਰ ਕੀਤਾ ਹੈ, ਉਹ ਜਿਹੜਾ ਧਨ ਤੂੰ ਆਪ ਨਹੀਂ ਕਮਾਇਆ, ਤੂੰ ਲੁੱਟਿਆ ਹੋਇਆ, ਕਿਸੇ ਦਾ ਹੱਕ ਮਾਰਿਆ ਹੈ। ਇਸ ਕਰਕੇ ਤੇਰੀ ਰੋਟੀ ਦੇ ਵਿੱਚੋਂ ਮੈਨੂੰ ਜਿਹੜਾ ਖੂਨ ਨਜ਼ਰ ਆਉਂਦਾ ਹੈ ਤੇ ਖੂਨ ਮੈਂ ਖਾ ਨਹੀਂ ਸਕਦਾ। ਤੇ ਕਹਿਣ ਲੱਗੇ ਫਿਰ ਮਲਕ ਭਾਈ ਲਾਲੋ ਕੋਲ ਕੀ ਹੈ? ਝੋਪੜੀ ਹੈ, ਕੋਈ ਆਲੀਸ਼ਾਨ ਮਹਿਲ ਨਹੀਂ, ਬੰਗਲਾ ਨਹੀਂ ਉਹਦੇ ਕੋਲ, ਕੋਈ ਜਿਹੜਾ ਚੰਗਾ ਆਸਨ ਵੀ ਨਹੀਂ ਹੋਏਗਾ, ਕੋਈ ਅਸਲ ਦੇ ਵਿੱਚ ਚੰਗਾ ਉਹਦੇ ਕੋਲ 36 ਪ੍ਰਕਾਰ ਦਾ ਭੋਜਨ ਵੀ ਨਹੀਂ ਹੋਏਗਾ। ਤੁਸੀਂ ਜਿਹੜਾ ਹੈ ਉਹਦੇ 'ਤੇ ਤਰੁੱਠੇ ਹੋ, ਉਹਦੀ ਝੋਪੜੀ ਵਿੱਚ ਵੀ ਰਹੇ ਹੋ, ਉੱਥੇ ਰਾਤ ਵੀ ਗੁਜ਼ਾਰੀ ਹੈ ਤੇ ਉਹਦੇ ਹੱਥੀਂ ਪਕਾਇਆ ਹੋਇਆ, ਤਿਆਰ ਕੀਤਾ ਹੋਇਆ ਭੋਜਨ ਵੀ, ਕੋਦਰੇ ਦੀ ਰੋਟੀ ਖਾਧੀ ਹੈ। ਅਸਲ ਦੇ ਵਿੱਚ ਉਹਦੇ ਅੰਦਰ ਇਹੋ ਜਿਹਾ ਕੀ ਹੈ? ਕਹਿਣ ਲੱਗੇ ਉਹਦੇ ਅੰਦਰ ਅੰਮ੍ਰਿਤ ਹੈ, ਉਹਦੇ ਅੰਦਰ ਮਾਨੋ ਕਿ ਕਿਰਤ ਕਮਾਈ ਨਜ਼ਰ ਆ ਰਹੀ ਹੈ, ਉਹਦੇ ਖੂਨ ਪਸੀਨੇ ਦੀ ਕਮਾਈ ਹੈ, ਤੂੰ ਦੂਸਰੇ ਦੇ ਖੂਨ ਪਸੀਨੇ ਦੀ ਕਮਾਈ ਖਾ ਰਹੇ। ਇਸ ਕਰਕੇ ਗੁਰੂ ਸਾਹਿਬ ਜੀ ਦਾ ਜੋ ਸਿਧਾਂਤ ਇਹ ਹੈ ਕਿ ਭਾਈ ਮਿਹਨਤ ਕਰਕੇ ਤੁਸੀਂ ਜਿਹੜਾ ਹੈ ਪ੍ਰਸ਼ਾਦਾ ਜੋ ਬਣਾਓਗੇ ਨਾ, ਗੁਰੂ ਨਾਨਕ ਉਹ ਹੀ ਪ੍ਰਵਾਨ ਕਰੇਗਾ। ਤੇ ਅਸੀਂ ਖੁਦ ਮਹਿਸੂਸ ਕਰ ਲਈਏ ਕਿ ਸਾਡੀ ਕਮਾਈ ਜਿਹੜਾ ਹੈ ਜਿੱਦਾਂ ਦੀ ਹੈ, ਕਿਉਂਕਿ ਹਰ ਇੱਕ ਨੂੰ ਆਪਣੀ ਕਮਾਈ ਦਾ ਪਤਾ ਹੈ। ਕੀ ਗੁਰੂ ਨਾਨਕ ਪਾਤਸ਼ਾਹ ਸਾਡੇ ਘਰੇ ਛਕਣ ਆਉਂਦੇ ਹੋਣਗੇ ਜਦੋਂ ਅਸੀਂ ਅਰਦਾਸ ਕਰਦੇ ਹੋਵਾਂਗੇ ਕਿ ਮਾਲਕ ਜੀ ਛਕੋ? ਕੀ ਛਕਦੇ ਹੋਣਗੇ? ਤੇ ਜੇ ਕਮਾਈ ਸੱਚੀ ਸੁੱਚੀ ਹੈ ਤੇ ਜ਼ਰੂਰ ਛਕਦੇ ਹੋਣਗੇ।
ਇਹ 'ਚ ਕੋਈ ਅਤਕਤਰੀ ਨਹੀਂ। ਤੇ ਜੇ ਕਮਾਈ ਉੱਦਾਂ ਦੀ ਹੋਏਗੀ ਤੇ ਫਿਰ ਗੁਰੂ ਸਾਹਿਬ ਜੀ ਕਹਿਣਗੇ ਕਿ ਮੈਂ ਨਹੀਂ ਆਉਣਾ, ਕਿਉਂਕਿ ਸਾਡੀ ਓਨੀ ਉੱਚੀ ਸੁਰਤ ਨਹੀਂ ਹੈ ਕਿ ਜਿੱਥੇ ਅਸੀਂ ਗੁਰੂ ਨੂੰ ਪ੍ਰਤੱਖ ਵੇਖ ਸਕੀਏ ਕਿ ਮਾਲਕ ਆਏ, ਪ੍ਰਸ਼ਾਦਾ ਛਕ ਰਹੇ ਨਹੀਂ। ਇਸ ਕਰਕੇ ਬੇਬੇ ਨਾਨਕੀ ਜੀ ਨੂੰ ਭਾਈ ਜੈ ਰਾਮ ਜੀ ਨੇ ਸਮਝਾ ਰਹੇ ਨੇ ਕਿ ਜਨਮ ਨੂੰ ਸਫਲ ਕਰਨਾ ਹੈ, ਤੇ ਜੇ ਤੁਸੀਂ ਚਾਹੁੰਦੇ ਹੋ ਕਿ ਹਾਂ ਆਪਣੇ ਖੂਨ ਪਸੀਨੇ ਦੀ ਕਮਾਈ ਹੋਈ ਜਿਹੜੀ ਰੋਟੀ ਹੈ ਉਹਨੂੰ ਛਕਣਾ, ਉਹਦਾ ਸਵਾਦ ਹੀ ਅਲੱਗ ਹੁੰਦਾ ਹੈ। ਇਸ ਲਈ ਜਿਹੜਾ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿਰਤ ਕਮਾਈ ਜਿਹੜਾ ਹੈ ਉਹ ਕਰਨੀ ਜ਼ਰੂਰੀ ਹੈ। ਤਨ ਆਪ ਕਮਾਈ ਖਵਾਈ ਕੇ ਖਾਵਤ, ਭੋਜਨ ਛਾਦਨ ਸਾਧਨ ਦੈਸੇ। ਮਾਲਕ ਜੀ ਕਹਿਣ ਲੱਗੇ ਹਰ ਇੱਕ ਵਿਅਕਤੀ ਨੂੰ, ਹਰ ਇੱਕ ਪ੍ਰਾਣੀ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਧਨ ਆਪ ਕਮਾਵੇ ਤੇ ਫਿਰ ਰੱਬ ਰੰਗੀਆਂ ਰੂਹਾਂ ਨੂੰ, ਲੋੜਵੰਦਾਂ ਨੂੰ, ਸਾਧੂਆਂ ਨੂੰ ਭੋਜਨ ਕੱਪੜਾ ਦੇ ਕੇ ਫਿਰ ਆਪ ਖਾਵੇ, ਆਪ ਵੀ ਛਕੇ, ਹੋਰਨਾਂ ਨੂੰ ਵੀ ਛਕਾਵੇ, ਜਿੰਨੀ ਸਮਰੱਥਾ ਹੈ। ਜਿੰਨਾ ਤੇਰੇ ਕੋ ਜਿਹੜਾ ਹੈ ਕਾਲ ਪੁਰਖ ਨੇ ਤੈਨੂੰ ਬਰਕਤ ਦਿੱਤੀ ਹੋਈ ਹੈ, ਉਹਦੇ ਵਿੱਚੋਂ ਖੁਦ ਛਕ ਤੇ ਹੋਰਨਾਂ ਨੂੰ ਛਕਾਉਣ ਦੀ ਸਮਰੱਥਾ ਰੱਖ, ਜਿਹੜਾ ਲੋੜਵੰਦ ਹੈ। ਤੇ ਮਾਲਕ ਨੇ ਜਿਹੜਾ ਹੈ ਕਿਰਪਾ ਕੀਤੀ ਹੈ ਇੱਥੇ ਸਾਡੇ ਤੇ। ਗੁਰੂ ਸਾਹਿਬ ਜੀ ਨੇ ਇਤਿਹਾਸ ਰਾਹੀਂ ਵੀ ਸਾਨੂੰ ਇਹੋ ਜਿਹੀਆਂ ਗੱਲਾਂ ਸਮਝਾਈਆਂ ਨੇ, ਬਾਣੀ ਰਾਹੀਂ ਵੀ ਸਮਝਾਈਆਂ ਨੇ। ਭਲਿਆ ਦਸਾਂ ਨੌਆਂ ਦੀ ਕਿਰਤ ਜਿਹੜਾ ਹੈ ਨਾ ਉਹ ਕਰ ਦੋ। ਪੰਚਮ ਪਾਤਸ਼ਾਹ ਜੀ ਦਾ ਇੱਕ ਬਚਨ ਤੁਹਾਨੂੰ ਯਾਦ ਹੈ, ਜਿਸ ਵਿੱਚ ਮਾਲਕ ਜੀ ਨੇ ਸੱਚੀ ਸੁੱਚੀ ਕਿਰਤ ਦਾ ਜ਼ਿਕਰ ਕੀਤਾ ਹੈ। ਗੁਰੂ ਮਹਾਰਾਜ ਜੀ ਕਹਿੰਦੇ, ਗੁਰ ਪੂਰੇ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਏ। ਅਨ ਦਿਨ ਸੁਕ੍ਰਿਤ ਕਰੀਏ। ਸੁਕ੍ਰਿਤ ਦਾ ਅਰਥ ਸੱਚੀ ਸੁੱਚੀ ਕਿਰਤ ਕਰਨੀ, ਉਹਦੇ ਵਿੱਚ ਵਲ ਛਲ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਵੀ ਮਾਲਕ ਨੇ ਕਹਿ ਦਿੱਤਾ, ਮਨੁੱਖ ਦਾ ਸੁਭਾਅ ਇਹ ਹੈ ਕਿ ਬਹੁ ਪਰਪੰਚ ਕਰ ਪਰਤਨ ਲਿਆਵੇ। ਪਰਪੰਚ ਦਾ ਅਰਥ ਹੈ ਵਲ ਛਲ ਕਰਕੇ, ਧੱਕੇ ਨਾਲ ਕੋਈ ਲਿਆ ਰਿਹਾ, ਕੋਈ ਧੋਖੇ ਦੇ ਨਾਲ ਕੋਈ ਕਿਸੇ ਦਾ ਹੱਕ ਮਾਰ ਰਿਹਾ ਕਿ ਹਾਂ ਜਿੱਦਾਂ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੁਝ। ਤੇ ਮਾਲਕ ਜੀ ਕਹਿਣ ਲੱਗੇ ਲਟਾਉਂਦਾ ਕਿੱਥੇ ਆ ਕੇ, ਕਿੱਥੇ ਦਿੰਦਾ ਹੈ ਆਪਣੇ ਪਰਿਵਾਰ ਨੂੰ, ਔਲਾਦ ਨੂੰ। ਤੇ ਔਲਾਦ ਕਿਹੋ ਜਿਹੀ ਬਣੇਗੀ ਫਿਰ? ਧਨ ਜਿਹੋ ਜਿਹਾ ਆਇਆ ਹੈ, ਮਨ ਉਹੋ ਜਿਹਾ ਹੀ ਹੋਏਗਾ। ਜਿਹੋ ਜਿਹਾ ਅੰਨ, ਕਿਉਂਕਿ ਧਨ ਦੇ ਨਾਲ ਅੰਨ ਖਰੀਦਣਾ ਹੈ, ਅੰਨ ਪੇਟ ਵਿੱਚ ਜਾਏਗਾ, ਉਹੋ ਜਿਹਾ ਮਨ ਬਣੇਗਾ, ਵਾਸ਼ਨਾ ਆਏਗੀ। ਇਸ ਕਰਕੇ ਮਾਲਕ ਜੀ ਦੀ ਜੋ ਅਸਲ ਦੇ ਵਿੱਚ ਇਹ ਸਿਧਾਂਤ ਨੇ ਨਾ ਸਤਿਗੁਰੂ ਜੀ ਦੇ, ਬੜੇ ਗੌਰ ਦੇ ਨਾਲ ਵਿਚਾਰਨ ਵਾਲੇ ਨੇ ਕਿ ਬਹੁ ਪਰਪੰਚ ਕਰ ਪਰਤਨ ਲਿਆਵੇ, ਸੁਤ ਦਾਰਾ ਪਹਿਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਸੱਚੀ ਸੁੱਚੀ ਕਿਰਤ ਕਰ, ਭਾਵੇਂ ਥੋੜੀ ਵੀ, ਕੋਈ ਗੱਲ ਨਹੀਂ, ਸਕੂਨ ਦੇ ਨਾਲ ਤੇ ਖਾਏਗਾ ਨਾ। ਤੇ ਕਦੀ ਵੀ ਜ਼ੁਬਾਨ ਤੋਂ ਇਹ ਨਾ ਕਿਹਾ ਕਰ ਰੱਬ ਨੇ ਮੈਨੂੰ ਦਿੱਤਾ ਕੀ ਹੈ। ਸਰੀਰ ਦੇਤਾ ਹੈ ਨਾ, ਬਹੁਤ ਹੈ, ਰਿਜ਼ਕ ਵੀ ਉਹ ਆਪ ਹੀ ਦੇਗਾ, ਕੋਈ ਨਾ ਕੋਈ ਜਿਹੜਾ ਹੈ ਜ਼ੁਗਤ ਤੋਂ ਬਣਾ ਦਿੰਦਾ ਹੈ। ਪਰ ਜੇ ਅਸੀਂ ਪਹਿਲਾਂ ਹੀ ਢਹਿ ਢੇਰੀ ਹੋ ਜਾਵਾਂਗੇ ਕਿ ਰੱਬ ਨੇ ਕੀ ਦਿੱਤਾ ਸਾਨੂੰ ਤੇ ਖਾਣ ਨੂੰ ਨਹੀਂ ਜੁੜਦਾ। ਤੇ ਗੁਰੂ ਸਾਹਿਬ ਜੀ ਨੇ ਇਹ ਤਾਂ ਸਿਖਾਇਆ ਹੈ ਆਪਣੇ ਜੀਵਨ ਦੇ ਰਾਹੀਂ। ਕਹਿੰਦੇ ਜਦੋਂ ਤੂੰ ਆਵੇਂ ਨਾ ਗੁਰੂ ਚਰਨਾਂ ਦੇ ਵਿੱਚ, ਤੇ ਬਸ 2-3 ਬੇਨਤੀਆਂ ਕਰਿਆ ਕਰ ਮਾਲਕ ਅੱਗੇ। ਸਤਿਗੁਰੂ, ਮੈਂ ਕਈ ਵਾਰਾਂ ਬੇਨਤੀ ਕੀਤੀ ਹੈ ਕਿ ਮਾਲਕ ਜੀ ਇੰਨਾ ਦਿਓ ਕਿ ਮੈਂ ਅੰਬਾਰ ਲਾ ਕੇ ਜੋੜਨ ਨਾ ਬੈਠ ਜਾਵਾਂ, ਇੰਨਾ ਕੁ ਦੇ ਦਿਓ। ਕਿਉਂਕਿ ਜੋੜਨ ਲੱਗ ਪਵਾਂਗਾ ਤੇ ਉਹ ਫਿਰ ਵਾਸ਼ਨਾ ਪੈਦਾ ਹੋ ਜਾਏਗੀ ਉੱਥੇ, ਤੇ ਬਹੁਤੀ ਮਾਇਆ ਫਿਰ ਰੋਗ ਪੈਦਾ ਕਰ ਦਿੰਦੀ ਹੈ। ਬਹੁਤੀ ਚੀਜ਼, ਲਿਮਟ ਤੋਂ ਵਧੇਕ ਕੋਈ ਚੀਜ਼ ਮਿਲ ਜਾਵੇ ਤੇ ਉਹ ਫਿਰ ਕੀ ਕੁਝ ਅੰਦਰ ਕਰਦੀ ਹੈ। ਤੇ ਫਿਰ ਭਾਵੇਂ ਅਸੀਂ ਭੋਜਨ ਨੂੰ ਲੈ ਲਈਏ,
ਤੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰਨੀ ਹੈ, ਮਾਲਕ ਜੀ ਬਹੁਤਾ ਜੁੜੇ ਨਾ, ਖਾਣ ਨੂੰ ਥੋੜੇ ਨਾ, ਖਾਲੀ ਕੋਈ ਮੁੜੇ। ਇਹ ਤਿੰਨ ਬੇਨਤੀਆਂ ਤੇ ਗੁਰੂ ਨਾਨਕ ਸਾਹਿਬ ਜੀ ਵੀ ਇਹੀ ਸਿਖਾ ਰਹੇ ਨੇ ਕਿ ਅਸਲ ਦੇ ਵਿੱਚ ਹਰ ਇੱਕ ਪ੍ਰਾਣੀ ਨੂੰ ਇਦਾਂ ਹੀ ਕਰਨਾ ਚਾਹੀਦਾ ਹੈ। ਧਨ ਕਮਾਵੇ, ਆਪ ਛਕੇ, ਹੋਰਨਾਂ ਨੂੰ ਛਕਾਵੇ। ਹਾਂਜੀ। करुणा कर संत उधार करे, पव पीतर फिर न आवत कैसे। ਇਸ ਪ੍ਰਕਾਰ ਕਰੇਗਾ ਨਾ ਜੋ, ਉਹ ਫਿਰ ਗੁਰੂ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣੇਗਾ, ਗੁਰਮੁਖਾਂ ਦੀ ਸੰਗਤ ਕਰਕੇ ਉਹਦਾ ਉਧਾਰ ਹੋਏਗਾ ਤੇ ਜਨਮ ਮਰਨ ਦੇ ਗੇੜ ਵਿੱਚ ਫਿਰ ਉਹ ਕਿਵੇਂ ਆ ਸਕਦਾ ਹੈ? ਨਹੀਂ ਆ ਸਕਦਾ, ਉਹਦਾ ਆਵਾਗਮਨ ਕੱਟਿਆ ਜਾਂਦਾ ਹੈ। फिर जय राम गिरा उचरी, तुम आए से मोमन है अनुसारी। ਫਿਰ ਭਾਈਆ ਜੈ ਰਾਮ ਜੀ ਨੇ ਜਿਹੜਾ ਹੈ ਬੜੇ ਮਿੱਠੇ ਬੋਲ ਬੋਲੇ ਨੇ, ਗੁਰੂ ਸਾਹਿਬ ਜੀ ਅੱਗੇ ਜੋਦੜੀ ਕੀਤੀ ਹੈ, ਤੁਸੀਂ ਆਗਿਆ ਕਰੋ, ਜਿਵੇਂ ਤੁਸੀਂ ਕਰੋਗੇ ਅਸੀਂ ਤੁਹਾਡੀ ਆਗਿਆ ਅਨੁਸਾਰ ਕਰਾਂਗੇ, ਜੋ ਤੁਸੀਂ ਹੁਣ ਕਹੋਗੇ ਉਹ ਅਸੀਂ ਕਰਨ ਨੂੰ ਤਿਆਰ ਹਾਂ। मोर सको ना कयो तुम रो, जिन कीन उतराए बुलार उचारी। ਤੁਹਾਡਾ ਕਹਿਆ ਹੋਇਆ ਮੈਂ ਕਦੀ ਵੀ ਮੋੜ ਨਹੀਂ ਸਕਦਾ, ਕਿਉਂਕਿ ਰਾਏ ਬੁਲਾਰ ਜੀ ਨੇ ਵੀ ਇੰਨੀ ਸਿਫਤ ਤੁਹਾਡੀ ਕੀਤੀ ਹੈ, ਮੈਂ ਤੇ ਜਿਹੜਾ ਇੰਨੀ ਸੰਗਤ ਨਹੀਂ ਕੀਤੀ, ਪਰ ਉਹਨਾਂ ਨੇ ਤੇ ਬਹੁਤ ਸੰਗਤ ਕੀਤੀ ਹੈ ਤੇ ਉਹਨਾਂ ਦੇ ਮੁਖ ਤੋਂ ਜਿਤਨੀ ਸਿਫਤ ਸਲਾਹ ਸੁਣੀ ਹੈ ਉਹ ਅਸਲ ਦੇ ਵਿੱਚ ਹੁਣ ਮੈਂ ਵੇਖ ਵੀ ਰਿਹਾ। ਇਸ ਲਈ ਜਿਵੇਂ ਤੁਸੀਂ ਕਹੋਗੇ ਉਵੇਂ ਅਸੀਂ ਕਰਨ ਨੂੰ ਤਿਆਰ ਹਾਂ। लेखा पढ़े तो कहो मुझ सो कछ, ले दियो जो होए लेखे की कारी। ਜੇ ਲੇਖਾ ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਕੁਝ ਲੇਖੇ ਜੋਖੇ ਦਾ ਕੰਮ ਲੈ ਦਿੰਦਾ। ਇਸ ਪ੍ਰਕਾਰ ਤੁਸੀਂ ਇਹ ਲੇਖੇ ਦੀ ਕਾਰ ਕਰਨਾ ਚਾਹੁੰਦੇ ਹੋ ਤੇ ਦੱਸਣਾ ਕਰੋ। हाँ सब जानत पात हिसाब की, लेने जो देने पले है विचारी। ਸਾਰੇ ਹਿਸਾਬ ਦੇ ਤਰੀਕੇ ਜਿਹੜੇ ਨੇ ਤੁਸੀਂ ਜਾਣਦੇ ਹੋ ਤੇ ਜੋ ਅਸਲ ਦੇ ਵਿੱਚ ਲੈਣਾ ਦੇਣਾ ਹੈ ਉਹ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਲੇਖੇ ਦਾ ਭਾਵ ਇਹ ਹੈ ਕਿ ਹਿਸਾਬ ਕਿਤਾਬ, ਅਕਾਊਂਟੈਂਟ ਕਹਿ ਲਓ, ਜਿਹੜਾ ਕੈਸ਼ੀਅਰ ਕਹਿ ਲਓ, ਹਿਸਾਬ ਕਿਤਾਬ ਰੱਖਣ ਵਾਲਾ। ਤੇ ਇਸ ਪ੍ਰਕਾਰ ਭਾਈਆ ਜੈ ਰਾਮ ਜੀ ਕਹਿਣ ਲੱਗੇ, ਸਤ ਨਾਨਕ ਜੀ ਤੁਸੀਂ ਜਿਹੜਾ ਹੈ ਲੇਖੇ ਜੋਖੇ ਦਾ ਹਿਸਾਬ ਚੰਗੀ ਤਰ੍ਹਾਂ ਰੱਖਣ ਵਾਲੇ ਹੋ, ਇਸ ਕਰਕੇ ਤੁਸੀਂ ਵਿਚਾਰ ਕਰੋ ਤੇ ਮੈਨੂੰ ਦੱਸਣਾ ਕਰੋ। दोहरा दौलत खान नवाब को, मोती खाना ले हो, तुम ते होए निभाए जो, करो काज सुभ ए। ਇੱਥੋਂ ਦੇ ਨਵਾਬ ਨੇ ਦੌਲਤ ਖਾਨ, ਤਲਵੰਡੀ ਦੇ ਕੌਣ ਨੇ? ਰਾਏ ਬੁਲਾਰ। ਇਹ ਨਾਲ ਚੇਤੇ ਰੱਖਿਓ, ਕਿਉਂਕਿ ਹਿਸਟਰੀ ਜਿਹੜੀ ਹੈ ਮੰਨ ਲਓ ਬੜੇ ਨਾਮ ਆਏ ਨੇ ਇਹਦੇ ਵਿੱਚ, ਜੇ ਤੁਹਾਨੂੰ ਯਾਦ ਹੋਣਗੇ। ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਜੀ, ਦਾਦੀ ਜੀ, ਸਾਰਿਆਂ ਦੇ ਨਾਮ ਆਏ, ਚਾਚਾ ਜੀ, ਸਹੁਰਾ ਸਾਹਿਬ, ਹੋਰ ਅਸਲ ਦੇ ਵਿੱਚ ਜਿਹੜਾ ਸਾਰਿਆਂ ਦੇ ਨਾਮ ਆਉਣਗੇ। ਸੋ ਨਵਾਬ ਦੌਲਤ ਖਾਂ ਇਸ ਜਿਹੜਾ ਹੈ ਕਹਿ ਲਓ ਕਿ ਇਲਾਕੇ ਦਾ, ਇਸ ਜਿਹੜਾ ਰਿਆਸਤ ਦਾ ਕਹਿ ਲਓ ਕਿ ਸੁਲਤਾਨਪੁਰ ਲੋਧੀ ਦਾ ਜਿਹੜਾ ਹੈ ਉਹ ਨਵਾਬ ਹੈ ਤੇ ਉਹਦਾ ਇੱਕ ਮੋਦੀਖਾਨਾ ਹੈ। ਭਾਈਆ ਜੈ ਰਾਮ ਜੀ ਕਹਿੰਦੇ ਜੇ ਇਹ ਕੰਮ ਤੁਸੀਂ ਚੰਗੀ ਤਰ੍ਹਾਂ ਨਿਭਾ ਸਕਦੇ ਹੋ ਤੇ ਇਹ ਕੰਮ ਜਿਹੜਾ ਹੈ ਤੁਹਾਨੂੰ ਦਿਵਾ ਸਕਦਾ ਹੈ, ਅਸੀਂ ਗੱਲਬਾਤ ਉੱਥੇ ਕਰ ਸਕਦੇ ਹਾਂ। कबित पाखी जो जय राम, पाखी जो जय राम, सो नानक जी मान मन, कहे कर तार निर्वाह मोहे काज को। ਜਿਹੜੀ ਗੱਲ ਭਾਈਆ ਜੈ ਰਾਮ ਜੀ ਨੇ ਕਹੀ ਹੈ ਤੇ ਗੁਰੂ ਸਾਹਿਬ ਜੀ ਨੇ ਉਹ ਗੱਲ ਮਨ ਦੇ ਵਿੱਚ ਜਿਹੜਾ ਹੈ ਨਾ ਉਹ ਪਹਿਲਾਂ ਹੀ ਵਿਚਾਰ ਲਈ ਸੀ। ਕਰਤਾਰ ਮੇਰੇ ਕਾਰਜ ਨੂੰ ਜਿਹੜਾ ਹੈ ਨਿਭਾਏਗਾ, ਮੈਂ ਕੀ ਹੋ ਸਕਦਾ, ਮੇਰੇ ਵਿੱਚ ਸਮਰੱਥਾ ਥੋੜੀ। ਗੁਰੂ ਆਪ ਪਰਮੇਸ਼ਰ ਹੈ ਪਰ ਪ੍ਰਗਟ ਨਹੀਂ ਕਰ ਰਹੇ ਆਪਣੇ ਆਪ ਨੂੰ ਕਿ ਮੈਂ ਰੱਬ ਹਾਂ, ਤੇ ਨਾ ਮਾਲਕ ਨੇ ਪੂਜਾ ਹੀ ਕਰਾਈ ਆਪਣੀ। ਜਦੋਂ ਵੀ ਜੋੜਿਆ ਹੈ ਇੱਕ ਓਅੰਕਾਰ ਦੇ ਨਾਲ ਜੋੜਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ।
ਜਦੋਂ ਮੈਂ ਸਿੱਖਿਆ ਦਿੱਤੀ ਹੈ ਕਿ ਰੱਬ ਨੂੰ ਜਪੋ, ਰੱਬ ਦੇ ਨਾਲ ਜੁੜੋ, ਮੇਰੇ ਨਾਲ ਨਾ ਜੁੜਿਓ। ਤੇ ਇੱਥੇ ਵੀ ਭਾਈਆ ਜੈ ਰਾਮ ਜੀ ਨੂੰ ਕਹਿੰਦੇ ਨੇ ਜਿਵੇਂ ਮਾਲਕ ਕਰਤਾਰ ਕਰੇਗਾ ਉਵੇਂ ਹੋਣਾ ਹੈ। ਇਸ ਕਰਕੇ ਮੈਂ ਕੌਣ ਹੋ ਸਕਦਾ ਹੈ? ਇਸ ਲਈ ਜਿਹੜਾ ਜਿਵੇਂ ਤੁਹਾਨੂੰ ਭਲਾ ਲੱਗੇ ਤੁਸੀਂ ਕਰਨਾ ਕਰੋ। ਦੀਨ ਬੰਦ ਦਇਆ ਨਿਧ ਸਦਾਈ ਪ੍ਰਸਿੱਧ ਸਾਰੇ, ਸੰਤਨ ਸਹਾਈ ਰਾਖੇ ਨਿਜ ਨਾਮ ਲਾਜ ਕੋ। ਦੀਨ ਬੰਧੂ ਦਇਆ ਦੇ ਖਜ਼ਾਨੇ, ਸਭ ਸੰਤਾਂ ਦੀ ਸਹਾਇਤਾ ਕਰਨ ਵਾਲੇ ਨੇ ਉਹ ਮਾਲਕ ਪਰਮਾਤਮਾ। ਉਹਦਾ ਸੁਭਾਅ ਹੈ, ਉਹ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ, ਆਪਣੇ ਭਗਤਾਂ ਦੇ ਅੰਗ ਸੰਗ ਹਮੇਸ਼ਾ ਰਹਿੰਦਾ ਹੈ। ਇਸ ਲਈ ਜਿਹੜਾ ਹੈ ਤੁਸੀਂ ਜੋ ਕਹਿ ਰਹੇ ਜੋ ਉਹ ਤੁਸੀਂ ਹੁਣ ਕਰੋ। ਪਾਖਤ ਜੈ ਰਾਮ ਤੁਮ ਪਾਸ ਹੋਏ ਆਵੇ ਕਾਮ, ਰਿੱਧ ਮੈਂ ਵਿਚਾਰੋ ਜਾਨੋ ਬਹੁਤ ਸਮਾਜ ਕੋ। ਆਪਣੇ ਨਾਂ ਦੀ ਲਾਜ ਜਿਹੜੀ ਹੈ ਨਾ, ਅਸਲ ਦੇ ਵਿੱਚ ਮੇਰੇ ਕੰਮ ਦੀ ਸਹਾਇਤਾ ਉਹ ਪਰਮਾਤਮਾ ਕਰੇਗਾ, ਕਿਉਂਕਿ ਉਹਨੇ ਆਪਣੇ ਭਗਤਾਂ ਦੀ ਰੱਖਿਆ ਕਰਨੀ। ਮੈਂ ਕੁਝ ਨਹੀਂ ਹੈ, ਪਰਮਾਤਮਾ ਨੇ ਮੇਰੇ ਜ਼ਰੀਏ ਜਿਹੜਾ ਹੈ ਇਹ ਕੰਮ ਕਰਨਾ ਹੈ। ਇਸ ਲਈ ਤੁਸੀਂ ਜਿਹੜਾ ਹੈ ਜਾਓ, ਜਾ ਕੇ ਕੰਮ ਬਾਰੇ ਜਿਹੜਾ ਹੈ ਤੁਸੀਂ ਵਿਚਾਰ ਕਰਨੀ ਕਰੋ। ਚਲਿਏ ਨਵਾਬ ਪਾਸ ਮਿਲਿਏ ਆਵਾਸ ਤੇ, ਕੀ ਜਨਾ ਬਿਲੰਬ ਅਬ ਪਰਲੋ ਦਿਨ ਆਜ ਕੋ। ਚਲੋ ਫਿਰ ਭਾਈਆ ਜੈ ਰਾਮ ਜੀ ਕਹਿਣ ਲੱਗੇ ਚਲੋ ਹੁਣ ਆਪਾਂ ਚੱਲਦੇ ਹਾਂ। ਫਿਰ ਹੋਰ ਕੀ, ਸਾਡੀ ਜਾਣ ਪਛਾਣ ਹੈ ਉੱਥੇ, ਤੇ ਆਪਾਂ ਹੁਣੇ ਹੀ ਚੱਲਦੇ ਹਾਂ ਦੌਲਤ ਖਾਂ ਕੋਲ। ਉਹਦੇ ਘਰ ਜਾਂਦੇ ਹਾਂ ਤੇ ਹੁਣੇ ਹੀ ਜਿਹੜਾ ਹੈ ਬਿਨਾਂ ਦੇਰੀ ਤੋਂ ਇਹ ਆਪਾਂ ਕੰਮ ਕਰ ਲੈਨੇ ਆ। ਭਲਾ ਦਿਨ ਹੈ। ਸਵਈਆ ਦੌਲਤ ਖਾਨੇ ਕੇ ਪਹੁੰਚ ਗਏ ਪ੍ਰਭ, ਜਾਈ ਮਿਲੇ ਸਭ ਬਾਤ ਜਨਾਏ। ਨਵਾਬ ਦੌਲਤ ਖਾਂ ਦੇ ਘਰ ਗਏ ਨੇ ਤੇ ਗੁਰੂ ਸਾਹਿਬ ਜੀ ਜਾ ਕੇ ਮਿਲੇ ਨੇ ਤੇ ਸਾਰੀ ਗੱਲਬਾਤ ਬਾਰੇ ਜਿਹੜਾ ਹੈ ਨਵਾਬ ਦੌਲਤ ਖਾਂ ਨੂੰ ਦੱਸਿਆ ਹੈ। ਨਾਨਕ ਰੂਪ ਨਿਹਾਰ ਨਵਾਬ, ਕਹੇ ਇਹ ਮੋਦੀ ਕੀ ਕਾਰ ਚਲਾਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਨੂੰ ਤੱਕਿਆ ਹੈ ਤੇ ਨਵਾਬ ਦੌਲਤ ਖਾਂ ਕਹਿਣ ਲੱਗਾ ਕਿ ਇਹ ਮੋਦੀ ਦੀ ਕਾਰ ਕਰ ਲੈਣਗੇ, ਭਾਵ ਹਿਸਾਬ ਕਿਤਾਬ ਲੇਖੇ ਜੋਖੇ ਦਾ ਕੰਮ ਇਹ ਕਰ ਲੈਣਗੇ। ਭਾਈਆ ਜੈ ਰਾਮ ਜੀ ਨੂੰ ਪੁੱਛਣ ਲੱਗੇ ਹਨ, ਹੈਮਤਵਾਨ ਸੁਜਾਨ ਸਾਦੀ ਸਤ, ਕੋਸ਼ਿਸ਼ ਦੇਤ ਪਇਓ ਹਰ ਖਾਏ। ਇਹ ਤਾਂ ਜਿਹੜਾ ਹੈ ਮਸਤ ਲੱਗਦਾ, ਭਾਵ ਜਿਹੜਾ ਹੈ ਕਹਿ ਲਓ ਕਿ ਫਕੀਰੀ ਵੇਸ਼ ਇਹਨਾਂ ਨੇ ਧਾਰਨ ਕੀਤਾ ਹੋਇਆ ਹੈ। ਕੋਈ ਇਹ ਕਿਉਂਕਿ ਲਿਬਾਜ ਤੋਂ ਵੀ ਬੰਦੇ ਦਾ ਪ੍ਰਭਾਵ ਪੈਂਦਾ ਹੈ। ਇਸ ਲਈ ਜਿਹੜਾ ਫਟੇ ਪੁਰਾਣੇ ਕੱਪੜੇ ਪਾਏ ਹੋਣ, ਭਾਵੇਂ ਉਹ ਪੜ੍ਹਿਆ ਲਿਖਿਆ ਹੀ ਹੋਵੇ, ਬਹੁਤਾ ਪੜ੍ਹਿਆ ਲਿਖਿਆ ਹੋਵੇ, ਅਸੀਂ ਕਹਾਂਗੇ ਇਹਨੂੰ ਕੀ ਆਉਂਦਾ। ਤੇ ਜੇ ਮੰਨ ਲਓ ਕਿ ਮੇਰੇ ਵਰਗਾ ਅਨਪੜ੍ਹ ਹੋਵੇ ਤੇ ਕੋਟ ਪੈਂਟ ਪਾ ਲਵੇ ਤੇ ਅਗਲਾ ਕਹੇਗਾ ਕਿ ਹਾਂ ਵੀ ਇਹ ਬੜਿਆ ਪੜ੍ਹਿਆ ਲਿਖਿਆ ਹੈ। ਪ੍ਰਭਾਵ ਹੈ ਨਾ, ਕੱਪੜੇ ਦਾ ਪ੍ਰਭਾਵ। ਇੱਦਾਂ ਹੀ ਅਸ਼ਟਾਵਕਰ ਗਿਆ ਸੀ, ਬੜਾ ਵਿਦਵਾਨ ਸੀ, ਰਾਜੇ ਦੀ ਸਭਾ ਦੇ ਵਿੱਚ। ਤੇ ਉਹ ਬਾਹਰ ਜਿਹੜੇ ਪਹਿਰੇਦਾਰ ਸਨ ਉਹਨਾਂ ਨੇ ਰੋਕ ਦਿੱਤਾ। ਕਹਿਣ ਲੱਗੇ ਕਿੱਧਰ ਚਲੇ ਆ? ਕਹਿਣ ਲੱਗੇ ਅੱਜ ਚਰਚਾ ਗੋਸ਼ਟੀ ਹੋਣੀ ਹੈ ਰਾਜੇ ਦੀ ਸਭਾ ਦੇ ਵਿੱਚ। ਕਹਿਣ ਲੱਗੇ ਤੇਰਾ ਕੀ ਕੰਮ ਹੈ ਉੱਥੇ? ਕਹਿੰਦੇ ਮੈਂ ਵੀ ਗੋਸ਼ਟੀ ਕਰਾਂਗਾ। ਤੇ ਕਿਉਂਕਿ ਉਹਦੇ ਸਰੀਰ ਦੇ ਵਿੱਚ ਜਿਹੜਾ ਹੈ 8 ਪ੍ਰਕਾਰ ਦੇ ਵਾਲ ਸਨ, ਤੇ ਉਹਦੇ ਸਰੀਰ ਨੂੰ ਵੇਖਿਆ, ਕੱਪੜਿਆਂ ਨੂੰ ਤੱਕਿਆ ਹੈ। ਕਹਿਣ ਲੱਗੇ ਨਹੀਂ ਜਾਓ, ਤੁਹਾਡਾ ਕੰਮ ਨਹੀਂ ਹੈ, ਤੁਸੀਂ ਵਿਦਵਾਨ ਹੋ। ਉਸ ਤੋਂ ਬਾਅਦ ਫਿਰ ਜਿਹੜਾ ਹੈ ਚੰਗਾ ਲਿਵਾਜ ਧਾਰਨ ਕਰਕੇ ਆਏ ਨੇ ਤੇ ਆਉਂਦਿਆਂ ਸਾਰ ਹੀ ਆ ਕੇ ਕਚਹਿਰੀ ਵਿੱਚ ਰਾਜੇ ਨੂੰ ਇਹ ਗੱਲ ਕਹੀ ਕਿ ਅਸਲ ਦੇ ਵਿੱਚ ਇੱਥੇ ਜਿਹੜਾ ਹੈ ਮੈਂ ਆਇਆ ਹੈ ਵਿਦਵਤਾ ਕਰਕੇ ਨਹੀਂ ਆਇਆ, ਆ ਕੱਪੜਿਆਂ ਕਰਕੇ ਤੇਰੇ ਦਰਬਾਨਾਂ ਨੇ ਮੈਨੂੰ ਅੰਦਰ ਆਉਣ ਦਿੱਤਾ, ਉੱਦਾਂ ਨਹੀਂ ਆਉਣ ਦਿੰਦੇ ਸੀ। ਪ੍ਰਭਾਵ ਹੈ। ਇਸ ਕਰਕੇ ਦੌਲਤ ਖਾਂ ਵੀ ਹੁਣ ਵੇਖ ਕੇ ਗੁਰੂ ਸਾਹਿਬ ਜੀ ਦੇ ਸਰੂਪ ਨੂੰ, ਜੇ ਕੋਟ ਪੈਂਟ ਥੋੜ੍ਹੀ ਪਾਇਆ ਹੋਏਗਾ, ਮੰਨ ਕੇ ਜਿੱਦਾਂ ਦਾ ਸੁਭਾਅ ਹੈ ਸਤਿਗੁਰੂ ਜੀ ਦਾ, ਸਾਦਾ ਲਿਵਾਜ ਹੋਏਗਾ। ਤੇ ਸਾਦੇ ਲਿਵਾਜ ਨੂੰ ਵੇਖ ਕੇ ਕਹਿਣ ਲੱਗੇ ਇਹ ਤਾਂ ਮਸਤ ਲੱਗਦੇ ਨੇ, ਮਸਤ ਸੁਜਾਨ ਜਿਹੇ ਜਿਹੜਾ ਦਿਸਦੇ ਨੇ। ਇਸ ਕਰਕੇ ਜਿਹੜਾ ਹੈ
ਇਹ ਕਿਵੇਂ ਜਿਹੜਾ ਹੈ ਮੋਦੀ ਦੀ ਕਾਰ ਹਿਸਾਬ ਕਿਤਾਬ ਨੂੰ ਕਿਵੇਂ ਸੰਭਾਲ ਸਕਣਗੇ। तारिक कंपुन दीन हजार जराम समेत लय कर आए। ਚਲੋ ਤੁਸੀਂ ਜੇ ਆਏ ਹੋ ਨਾ ਨਾਲ ਤੇ ਆਪਾਂ ਕੰਮਕਾਰ ਇਹਨਾਂ ਨੂੰ ਦੇ ਦਿੰਦੇ ਹਾਂ। ਤੇ ਫਿਰ ਉੱਥੇ ਫਿਰ ਜਿਹੜਾ ਹੈ ਕਾਰਖਿੰਗ ਪੁੰਨ ਦੀਨ ਹਜ਼ਾਰ, ਫਿਰ 1000 ਰੁਪਏ ਜਿਹੜਾ ਹੈ ਦਿੱਤੇ ਦੌਲਤ ਖਾਨ ਨੇ, ਜਿਨ੍ਹਾਂ ਨੂੰ ਲੈ ਕੇ ਭਾਈਆ ਜੈ ਰਾਮ ਜੀ ਆਪਣੇ ਘਰ ਵਿਖੇ ਵਾਪਸ ਆਏ ਹਨ। सोरठा पायो तब भय आन आपन में सौदा सभै। ਬਾਅਦ ਦੇ ਵਿੱਚ ਫਿਰ ਆ ਕੇ ਹੱਟੀ ਵਿੱਚ ਸਾਰਾ ਸੌਦਾ ਪਾ ਲਿਆ। 1000 ਰੁਪਇਆ ਕਿਉਂ ਦਿੱਤਾ? ਕਹਿਣ ਲੱਗੇ ਕੰਮ ਕਾਰ ਤੋਰਨ ਵਾਸਤੇ ਹੁਣ ਇੱਕ ਦੁਕਾਨ ਦੇ ਵਿੱਚ ਤੁਸੀਂ ਸੌਦਾ ਸਾਰਾ ਖਰੀਦ ਕੇ ਤੇ ਪਾਓ ਤੇ ਉਸ ਸੌਦੇ ਨੂੰ ਫਿਰ ਤੁਸੀਂ ਵੇਚਣਾ ਹੈ। ਤੇ ਫਿਰ ਭਾਈਆ ਜੈ ਰਾਮ ਜੀ ਨੇ ਉਹ 1000 ਰੁਪਏ ਦਾ ਫਿਰ ਸਾਰਾ ਸਾਜੋ ਸਮਾਨ ਜੋ ਵੀ ਹੈ ਹੱਟੀ ਵਿੱਚ ਪਾਇਆ। ਹਾਂਜੀ, तोल देत निज पान लैन हार जो आवही। ਹੁਣ ਫਿਰ ਜਿਹੜਾ ਹੈ ਆਪਣੇ ਹੱਥੀਂ ਗਾਹਕਾਂ ਨੂੰ ਤੋਲ ਕੇ ਦਿੰਦੇ ਨੇ, ਜੋ ਵੀ ਆਉਂਦਾ ਹੈ ਲੋੜਵੰਦ, ਜਿਹਨੂੰ ਜੋ ਚਾਹੀਦਾ ਹੈ ਤੋਲ ਕੇ ਦਿੱਤੇ ਜਾ ਰਹੇ ਹਨ। दोहरा आयस लेकर सुसाकी खान पान विद जोए। आपन अपनी मैं करत जिम रुच चित मैं हो। ਇਸ ਤਰ੍ਹਾਂ ਆਪਣੇ ਜਿਹੜਾ ਹੈ ਆਪਣੀ ਭੈਣ ਬੇਬੇ ਨਾਨਕੀ ਜੀ, ਜੋ ਅਸਲ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਖਾਣ ਪਾਣ ਦਾ ਪ੍ਰਬੰਧ ਸੀ, ਉਸ ਅਨੁਸਾਰ ਅੰਨ ਪਾਣੀ ਛਕ ਲੈਂਦੇ ਸਨ। ਇਹ ਨਹੀਂ ਕਿ ਆਪਣੀ ਮਰਜ਼ੀ ਮੁਤਾਬਕ ਕੁਝ ਕਹਿਣ। ਜੋ ਜਿੱਦਾਂ ਦਾ ਪ੍ਰਬੰਧ ਸੀ ਬੇਬੇ ਨਾਨਕੀ ਜੀ ਦੇ ਗ੍ਰਹਿ ਵਿਖੇ, ਗੁਰੂ ਨਾਨਕ ਸਾਹਿਬ ਜੀ ਉੱਦਾਂ ਦਾ ਅੰਨ ਪਾਣੀ ਛਕ ਲੈਂਦੇ ਸਨ। ਤੇ ਆਪ ਜੋ ਕੁਝ ਵੀ ਕਮਾਉਂਦੇ ਸੀ ਉਹ ਅਸਲ ਦੇ ਵਿੱਚ ਆਪਣੀ ਹੱਟੀ ਵਿੱਚ ਜਮ੍ਹਾਂ ਕਰ ਲੈਂਦੇ ਸਨ। अबित आवत हजार मोदी खाने की चलाए कार। लेत जो आए सो जाए भूल साए के। ਇਸ ਪ੍ਰਕਾਰ 1000 ਰੁਪਏ ਲਿਆ ਕੇ ਮੋਦੀ ਦੀ ਕਾਰ ਜਿਹੜੀ ਹੈ, ਹਿਸਾਬ ਕਿਤਾਬ ਦੀ ਕਾਰ ਜਿਹੜਾ ਗੁਰੂ ਸਾਹਿਬ ਜੀ ਹੁਣ ਕਰਨ ਲੱਗ ਪਏ ਨੇ। ਜਿਹੜਾ ਵੀ ਗਾਹਕ ਸੌਦਾ ਲੈਣ ਆਉਂਦਾ ਹੈ, ਜਿੰਨਾ ਵੀ ਉਹ ਮੰਗਦਾ ਸੀ ਦੇ ਦਿੰਦੇ ਸਨ। ਤੇ ਉਹ ਗਾਹਕ ਜਿਹੜਾ ਬੜਾ ਖੁਸ਼ ਹੋ ਕੇ ਫਿਰ ਉਸ ਮੋਦੀ ਖਾਨੇ ਵਿੱਚੋਂ ਜਾਂਦਾ ਸੀ। गोतुम को चून माख तार लौन कृत बहु। हर दी मरच दो तरे हैं मंगाए के। ਆਪਣੀ ਹੱਟੀ ਵਿੱਚ ਕਣਕ ਦਾ ਆਟਾ, ਮਾਂ ਦੀ ਦਾਲ, ਲੂਣ, ਘਿਓ, ਹਲਦੀ, ਮਿਰਚ ਆਦਿਕ ਸਭ ਮੰਗਵਾ ਕੇ ਚੀਜ਼ਾਂ ਰੱਖੀਆਂ ਹੋਈਆਂ ਸਨ। पान तीस तो पल सितासो गुड़ आद जो। चणक जवन के अंबार राखे लाए के। ਹੁਣ ਉਹਦੇ ਵਿੱਚ ਜੋ ਵੀ ਸਾਜੋ ਸਮਾਨ ਪਿਆ ਸੀ, ਕਵੀ ਜੀ ਕਹਿੰਦੇ ਮਿਸ਼ਰੀ ਵੀ, ਪਤਾਸੇ ਵੀ, ਖੰਡ ਵੀ, ਛੋਲੇ, ਜੌਂ ਆਦਿਕ ਜਿਹੜਾ ਹੈ ਇਹਦੇ ਢੇਰ ਲੱਗੇ ਹੋਏ ਸਨ। होत पीर पारी लेन हार ने पाए वारी। देत फूल सारी ते प्रदोख लव गिनाए। ਬੜੀ ਭੀੜ ਲੱਗੀ ਰਹਿੰਦੀ। ਜਦੋਂ ਮੋਦੀ ਖਾਨਾ ਖੁੱਲਿਆ ਬਹੁਤ ਭੀੜ ਉੱਥੇ ਲੱਗੀ ਰਹਿੰਦੀ। ਸਵੇਰ ਸ਼ਾਮ ਗਾਹਕਾਂ ਦੀ ਵਾਰੀ ਹੀ ਨਹੀਂ ਆਉਂਦੀ ਸੀ। सवैया याविद देख बिसेख आनंदत। दंपत संपत पूर पाए ते। ਇਹ ਸਭ ਕੁਝ ਵੇਖ ਕੇ ਅਸਲ ਦੇ ਵਿੱਚ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਪਤੀ ਪਤਨੀ ਵੇਖ ਕੇ ਜਿਹੜਾ ਨਾ ਬਹੁਤ ਪ੍ਰਸੰਨ ਹੁੰਦੇ। ਤੇ ਫਿਰ ਬੇਬੇ ਨਾਨਕੀ ਜੀ ਕਹਿੰਦੇ ਹੁਣ ਤਾਂ ਮੇਰਾ ਭਰਾ ਜਿਹੜਾ ਹੈ ਨਾ ਕਮਾਉਣ ਲੱਗ ਪਿਆ ਹੈ ਤੇ ਹੁਣ ਆਪਣੇ ਵਿਆਹ ਵਾਸਤੇ ਵੀ ਧਨ ਜੋੜ ਲਵੇਗਾ। नानकी बैन कहे पति सो अब प्रात रखे तन ब्याहे कहे ते। ਹੁਣ ਜਿਹੜਾ ਹੈ ਪਿਤਾ ਦੇ ਬੋਝ ਨਹੀਂ ਕੋਈ ਹੋਏਗਾ, ਕਿਉਂਕਿ ਹੁਣ ਕਿਰਤਕਾਰ ਕਰਨ ਲੱਗ ਪਿਆ ਹੈ। ਤੇ ਹੁਣ ਜੋ ਵੀ ਧਨ ਲੱਗੇਗਾ ਆਪਣੀ ਕਿਰਤ ਕਮਾਈ ਵਿੱਚੋਂ ਜਿਹੜਾ ਹੈ ਨਾਨਕ ਜੀ ਹੁਣ ਉਹ ਧਨ ਜਿਹੜਾ ਖਰਚਣਗੇ ਆਪਣੇ ਵਿਆਹ ਤੇ। ਹਾਂਜੀ, तोरो को कर चाह रखो उर। होए बरोबर जो मिलाए ते। ਅਸਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਲਈ ਬੇਬੇ ਨਾਨਕੀ ਜੀ ਕਹਿਣ ਲੱਗੇ ਹੁਣ ਕੋਈ ਨਾ ਆਪਾਂ ਘਰ ਲੱਭੀਏ, ਹੁਣ ਇਹਨਾਂ ਦਾ ਵਿਆਹ ਕਰਨਾ ਹੈ।
ਹਿਰਦੇ ਵਿੱਚ ਇਹ ਚਾਹ ਰੱਖੀਏ ਕਿ ਉਹ ਜਿਹੜਾ ਹੈ ਸਾਡੇ ਬਰਾਬਰ ਹੀ ਹੋਣਾ ਚਾਹੀਦਾ ਹੈ। ਬੇਬੇ ਨਾਨਕੀ ਜੀ ਕਹਿੰਦੇ ਕੋਈ ਹੈ ਤੁਹਾਡੀ ਨਿਗਾਹ ਦੇ ਵਿੱਚ, ਆਪਾਂ ਜਿਹੜਾ ਹੈ ਨਾਨਕ ਜੀ ਦਾ ਹੁਣ ਵਿਆਹ ਕਰਨਾ ਹੈ। कालू पिता हर खे सब पातेन तामन चाहे पी इहा आए ते। ਜਦ ਪਿਤਾ ਜੀ ਅਸਲ ਦੇ ਵਿੱਚ ਇਹ ਸਭ ਕੁਝ ਪਿਤਾ ਜੀ ਨੂੰ ਦੱਸਿਆ ਗਿਆ, ਬਾਬਾ ਮਹਿਤਾ ਕਾਲੂ ਜੀ ਨੂੰ ਦੱਸਿਆ ਗਿਆ ਕਿ ਤੁਹਾਡਾ ਪੁੱਤਰ ਹੁਣ ਕਮਾਉਣ ਲੱਗ ਪਿਆ ਹੈ, ਤੇ ਅਸਲ ਦੇ ਵਿੱਚ ਪਿਤਾ ਜੀ ਵੀ ਹੁਣ ਬੜੇ ਪ੍ਰਸੰਨ ਹੋਏ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਹੁਣ ਇੱਕ ਇੱਛਾ ਪੈਦਾ ਹੋਈ ਹੈ ਕਿ ਆਪਾਂ ਹੁਣ ਪੁੱਤਰ ਜੀ ਨੂੰ ਮਿਲ ਕੇ ਆਈਏ। ਮਿਲ ਕੇ ਥੋੜ੍ਹੀ ਆਉਣਾ, ਪੈਸੇ ਪੂਸੇ ਵੱਡੇ ਹੋਣੇ ਉਹ ਲੈ ਆਈਏ ਆਪਾਂ। ਹੁਣ ਅਸਲ ਦੇ ਵਿੱਚ ਇਹ ਜਿਹੜਾ ਹੈ ਵਿਚਾਰ ਮਨ ਦੇ ਵਿੱਚ ਕਿ ਚਲੋ ਆਪਾਂ ਹੁਣ ਪੁੱਤਰ ਜੀ ਨੂੰ ਮਿਲ ਕੇ ਆਈਏ। ਹੁਣ ਇਹ ਸਲਾਹ ਜਿਹੜੀ ਹੈ ਮਾਤਾ ਤ੍ਰਿਪਤਾ ਜੀ ਦੇ ਨਾਲ ਉਹ ਕਰਨ ਲੱਗੇ ਹਨ। दोहरा सुन बोले ओ जय राम तब करने लगे हैं कार को खत्री अब देख के कर है ब्याह विचार। ਭਾਈ ਜੈ ਰਾਮ ਜੀ ਹੁਣ ਜਿਹੜਾ ਹੈ ਕਹਿਣ ਲੱਗੇ ਨੇ ਬੇਬੇ ਨਾਨਕੀ ਜੀ ਨੂੰ ਕਿ ਹੁਣ ਤਾਂ ਨਾਨਕ ਜੀ ਕੰਮਕਾਰ ਕਰਨ ਲੱਗ ਪਏ ਨੇ ਤੇ ਹੁਣ ਚਲੋ ਅਸੀਂ ਨਿਗਾਹ ਰੱਖਾਂਗੇ ਕੋਈ ਪਰਿਵਾਰ ਚੰਗਾ ਭਲਾ ਹੋਵੇ ਤੇ ਆਪਾਂ ਜਿਹੜਾ ਹੈ ਨਾਨਕ ਜੀ ਦਾ ਹੁਣ ਵਿਆਹ ਕਰਨਾ ਹੈ। कबित अंगद जी गत दैन सुनो एक रैन विखे ऐसे मैं उचारे बैन विदा मोहि दीजिए। ਭਾਈ ਬਾਲਾ ਜੀ ਕਹਿਣ ਲੱਗੇ हे ਮੁਕਤੀ ਦੇ ਦਾਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਹੁਣ ਜਿਹੜਾ ਹੈ ਨਾ ਇੱਕ ਰਾਤ ਮੈਂ ਇਸ ਤਰ੍ਹਾਂ ਦੇ ਬਚਨ ਕਹੇ ਤੇ ਮੈਨੂੰ ਜਿਹੜਾ ਹੁਣ ਛੁੱਟੀ ਦੇਵੋ। ਹੁਣ ਕਿਉਂਕਿ ਕਥਾ ਸੁਣਾ ਰਹੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਹੈ ਕਿ ਹੁਣ ਇੱਕ ਰਾਤ ਲਈ ਸਾਨੂੰ ਜਿਹੜਾ ਹੈ ਨਾ ਛੁੱਟੀ ਦੇਣੀ ਕਰੋ। ਮੈਂ ਆਪਣੇ ਘਰ ਜਾ ਕੇ ਖੇਤੀ ਕਰਾਂਗਾ, ਕਮਾਈ ਕਰਕੇ ਖਾਵਾਂਗਾ। ताम हम जाए के कृषानि को कमाए खाए करे कृत आपनी को याहि ते सुही जिए। ਇਸ ਲਈ ਜਿਹੜਾ ਹੈ ਆਪਣੇ ਘਰ ਜਾ ਕੇ ਖੇਤੀ ਕਰਾਂਗਾ, ਕਮਾਈ ਅਸਲ ਦੇ ਵਿੱਚ ਕਰਕੇ ਖਾਵਾਂਗਾ ਤੇ ਆਪਣੀ ਕਿਰਤਕਾਰ ਕਰਨੀ ਹੀ ਇਹ ਸ਼ੋਭਦੀ ਹੈ। कोमल कपोल पर कुंडल हलत बोले मानो चंद मंडल में मीन दो कीजिए। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਉਹਦੀਆਂ ਗੱਲਾਂ ਸੁਣੀਆਂ ਨੇ ਤੇ ਆਗਿਆ ਦੇ ਦਿੱਤੀ ਕਿ ਜਾਓ ਕੋਈ ਗੱਲ ਨਹੀਂ। ਜਿੱਥੇ ਕਵੀ ਜੀ ਕਹਿਣ ਲੱਗੇ ਭਾਈ ਬਾਲਾ ਜੀ ਨੇ ਕੁੰਡਲ ਜਿਹੜੇ ਨੇ ਕੰਨਾਂ ਵਿੱਚ ਪਾਏ ਹੋਏ ਨੇ ਉਹ ਵੀ ਸ਼ੋਭ ਰਹੇ ਨੇ। ਇਸ ਪ੍ਰਕਾਰ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਹੁਣ ਚੱਲੇ ਹਨ। बाल गुजरान कर हृदय कर तार तर कैसे तू उदास उर पेद सो पनी जिए। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ ਬਾਲਿਆ ਅਸਲ ਦੇ ਵਿੱਚ ਗੁਜ਼ਾਰਾ ਕਰ ਤੇ ਹਿਰਦੇ ਵਿੱਚ ਕਰਤਾਰ ਨੂੰ ਧਾਰਨ ਕਰ। ਤੂੰ ਕਿਉਂ ਉਦਾਸ ਹੈ? ਹਿਰਦੇ ਦੇ ਭਾਵ ਨੂੰ ਜਿਹੜਾ ਤੂੰ ਖੋਲ ਕੇ ਤੇ ਦੱਸ, ਹਿਰਦੇ ਵਿੱਚ ਕੀ ਤੇਰੀ ਚਿੰਤਾ ਹੈ? सवैया ऐसे न जान सुजान हृदय कृत मोदी लई तन ताम संचारे। ਹੇ ਸੁਗੜ ਸਿਆਣੇ ਅਸਲ ਦੇ ਵਿੱਚ ਇਸ ਤਰ੍ਹਾਂ ਨਾ ਸਮਝ। ਬੋਧੀ ਦੇ ਕੰਮ ਵਿੱਚ ਜਿਹੜਾ ਹੈ ਨਾ ਘਰ ਦਾ ਧਨ ਇਕੱਠਾ ਕਰਨ ਲਈ ਜਿਹੜਾ ਹੈ ਹੁਣ ਸਮਾਂ ਹੋਰ ਜਿਹੜਾ ਗੁਜ਼ਾਰਦੇ ਹਾਂ। ਭਾਵ ਕਹਿਣ ਤੋਂ ਕਿਹੋ ਜਿਹੀਆਂ ਗੱਲਾਂ ਬਾਤਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਕਰ ਰਹੇ ਹਨ। केतिक बासुर काल बितावत है के काम जो कार हमारे। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਗੁਰੂ ਸਾਹਿਬ ਜੀ ਨੂੰ ਇਹ ਗੱਲ ਕਹਿਣ ਲੱਗੇ ਕਿ ਅਸਲ ਦੇ ਵਿੱਚ ਹੁਣ ਜਿਹੜਾ ਹੈ ਕੰਮਕਾਰ ਕਰਨਾ ਹੈ ਤੇ ਕੰਮਕਾਰ ਕਿਰਤਕਾਰ ਕਰਕੇ ਹੀ ਜਿਹੜਾ ਹੈ ਭੋਜਨ ਛਕਣਾ ਹੈ। ਇਸ ਲਈ ਸਾਨੂੰ ਜਿਹੜਾ ਹੈ ਤੁਸੀਂ ਵਿਦਿਆ ਕਰਨਾ ਕਰੋ। जो करनी कृत सो कर है जब आने चले तुझ ले संगारे। ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ ਫਿਰ ਜਿਹੜਾ ਹੈ ਇਹ ਵੀ ਗੱਲ ਭਾਈ ਬਾਲਾ ਜੀ ਨੇ ਜਿਹੜਾ ਹੈ ਉੱਥੇ ਵੀ ਕਹੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕੋਲ ਵੀ, ਕਿਉਂਕਿ ਹੁਣ ਤੁਸੀਂ ਕਿਰਤਕਾਰ ਕਰਨ ਲੱਗ ਪਏ ਜੋ, ਮੋਦੀ ਖਾਨੇ ਵਿੱਚ ਕੰਮ ਕਰਨ ਲੱਗ ਪਏ ਜੋ, ਤੇ ਸਾਨੂੰ ਵੀ ਜਿਹੜਾ ਵਿਦਿਆ ਦਿਓ, ਅਸੀਂ ਵੀ ਆਪਣਾ ਘਰ 'ਚ ਜਾ ਕੇ ਕੰਮਕਾਰ ਕਰੀਏ
ਇਹੋ ਜੀ ਜਿਹੜਾ ਹੈ ਗੱਲਬਾਤ ਕਰ ਰਹੇ ਹਨ। वह गुजरान हमार तुम्हार मिले करिए एकार प्यारे। ਤੇ ਗੁਰੂ ਸਾਹਿਬ ਜੀ ਵੀ ਇਹ ਗੱਲ ਕਹਿੰਦੇ ਨੇ, ਆਪਾਂ ਮਿਲ ਕੇ ਕਰਦੇ ਹਾਂ, ਤੇਰਾ ਵੀ ਘਰ ਚੱਲੇਗਾ ਤੇ ਮੇਰਾ ਵੀ ਚੱਲੇਗਾ, ਦੋਵੇਂ ਆਪਾਂ ਕਿਰਤਕਾਰ ਮਿਲ ਕੇ ਕਰਦੇ ਹਾਂ। दोहरा अस कै मम मन कर ले निकट रखन के हेत तज न सको दर्शन सफल श्री बेदी कुल के। ਇਹ ਕਹਿ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ, ਭਾਈ ਬਾਲਾ ਜੀ ਕਹਿੰਦੇ ਮੇਰਾ ਮਨ ਜਿਹੜਾ ਖਿੱਚ ਲਿਆ ਹੈ, ਇਸ ਪ੍ਰਕਾਰ ਹੁਣ ਮੈਂ ਗੁਰੂ ਸਾਹਿਬ ਜੀ ਦੇ ਨੇੜੇ ਹੀ ਰਹਿਣਾ ਚਾਹੁੰਦਾ, ਕਿਉਂਕਿ ਦਰਸ਼ਨਾਂ ਦੀ ਜਿਹੜਾ ਇੱਛਾ ਤੇ ਇਹ ਮਨ ਕਹਿੰਦਾ ਹੈ ਕਿ ਆਪਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਹੀ ਰਹੀਏ। ਇਸ ਪ੍ਰਕਾਰ ਮਨ ਦੇ ਵਿੱਚ ਜਿਹੜਾ ਇਹ ਸਲਾਹ ਕੀਤੀ ਗਈ। सोरठा मैं बोलियो कर बंद तुम रजाए मानो सदा। ਮੈਂ ਹੱਥ ਜੋੜ ਕੇ ਬੋਲਿਆ ਏ ਕਿ ਮੇਰੀ ਬੇਨਤੀ ਮੰਨੋ, हे ਮੁਕਤੀ ਦੇ ਦਾਤੇ। ए बरते मुकंद फूल न प्रतिकूलों कदा। ਮੈਨੂੰ ਜਿਹੜਾ ਹੈ ਇਹ ਤੁਸੀਂ ਅਸੀਸ ਦਿਓ, ਵਰ ਦਿਓ ਕਿ ਮੈਂ ਤੁਹਾਨੂੰ ਕਦੇ ਵੀ ਭੁੱਲਾਂ ਨਾ। बाले तू मम मित्र सत्य विखे नित मत दृढ़। ਗੁਰੂ ਸਾਹਿਬ ਜੀ, ਗੁਰੂ ਨਾਨक ਸਾਹਿਬ ਜੀ ਕਹਿਣ ਲੱਗੇ ਤੂੰ ਸਾਡਾ ਮਿੱਤਰ ਹੈ ਤੇ ਸੱਤ ਵਿੱਚ ਤੇਰੀ ਮਤ ਜਿਹੜਾ ਹੈ ਟਿਕ ਜਾਵੇ, ਭਾਵ ਅਕਾਲ ਪੁਰਖ ਦੇ ਵਿੱਚ ਸੁਰਤ ਜੁੜ ਜਾਵੇ। ए बच राखो चित जन्म मरण ते मुक्त हुए। ਬਸ ਸੁਰਤ ਰੱਬ ਨਾਲ ਜੋੜ ਕੇ ਰੱਖੋ, ਤੁਸੀਂ ਜਿਹੜਾ ਹੈ ਮੁਕਤ ਹੋ ਜਾਵੋਗੇ, ਜਨਮ ਮਰਨ ਦਾ ਗੇੜ ਕੱਟਿਆ ਜਾਵੇਗਾ। अस सुन पद अरविंद मैं बंदे कर बंद दो। ਇਹ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਫਿਰ ਹੱਥ ਜੋੜ ਕੇ ਜਿਹੜਾ ਹੈ ਨਤਮਸਤਕ ਹੋਏ, ਬੰਦਨਾ ਕੀਤੀ ਹੈ। कहे जुकृत बख्शिंद करन लगियो पुन कार सो। ਇਸ ਪ੍ਰਕਾਰ ਮੈਂ ਵੀ ਫਿਰ ਸੁਲਤਾਨਪੁਰ ਲੋਧੀ ਵਿਖੇ ਉੱਥੇ ਕੰਮ ਕਾਰ ਕਰਨ ਲੱਗ ਪਿਆ, ਕਿਰਤ ਕਰਨ ਲੱਗ ਪਿਆ। अपर थान ते आण सौदा आपन मैं तरों। ਹੋਰ ਥਾਵਾਂ ਤੋਂ ਸੌਦਾ ਖਰੀਦ ਕੇ ਹੱਟੀ ਵਿੱਚ ਲਿਆਉਂਦਾ ਸਾਂ ਤੇ ਹੱਟੀ ਵਿੱਚ ਫਿਰ ਜਿਹੜਾ ਅਸਲ ਦੇ ਵਿੱਚ ਉਹ ਫਿਰ ਸੌਦਾ ਵੇਚਿਆ ਜਾਂਦਾ ਸੀ। आपन के तो निधान होत अटोट वस्त सब। ਮੰਨ ਲਓ ਕਿ ਜਿਹੜਾ ਹੈ ਇਸ ਹੱਟੀ ਦੇ ਵਿੱਚ ਬਰਕਤ ਹੀ ਬਰਕਤ ਸੀ, ਕਦੀ ਘਾਟਾ ਪੈਂਦਾ ਹੀ ਨਹੀਂ ਸੀ। दोहरा जाचक कर है जाचना पावे धर्म प्रसाद। सुन सुन आवे अनेक पुन देवे सबिन अनाथ। ਮੰਗਤੇ ਜਦੋਂ ਮੰਗਣ ਆਉਂਦੇ ਸੀ ਨਾ, ਤੇ ਜਦੋਂ ਆਪਣੀ ਖਵਾਇਸ਼ ਪ੍ਰਗਟ ਕਰਦੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ, ਤੇ ਦਿਆਲੂ ਸਤਿਗੁਰੂ ਜੀ ਉਹਨਾਂ ਦੀ ਫਰਿਆਦ ਸੁਣ ਕੇ ਅਨੇਕ ਪ੍ਰਕਾਰ ਦੇ ਬਸਤਰ, ਅੰਨ, ਜੋ ਵੀ ਕੁਝ ਸੀ ਉਹਨਾਂ ਨੂੰ ਅਰਪਣ ਕਰ ਦਿੰਦੇ ਸੀ, ਤੇ ਆਇਆ ਹੋਇਆ ਉਸ ਹੱਟੀ ਤੇ ਕੋਈ ਵੀ ਖਾਲੀ ਨਹੀਂ ਸੀ ਜਾਂਦਾ। ਤੇ ਇਹੋ ਜਿਹੀ ਕਿਰਤਕਾਰ ਮਾਲਕ ਜੀ ਉੱਥੇ ਕਰ ਲਏ ਨੇ। ਤੇ ਕਿਵੇਂ ਹੁਣ ਨਵਾਬ ਦੌਲਤ ਖਾਂ ਨੂੰ ਕੁਝ ਲੋਕ ਜਾ ਕੇ ਕਹਿਣਗੇ ਕਿ ਤੁਹਾਡਾ ਤੇ ਮੁਰਗੀ ਖਾਨਾ ਲੁਟਾਇਆ ਜਾ ਰਿਹਾ ਹੈ, ਲੋਕ ਲੁੱਟ ਰਹੇ ਨੇ, ਜਿਹੜਾ ਮੋਦੀ ਤੁਹਾਡਾ ਹੈ, ਜੋ ਹਿਸਾਬ ਕਿਤਾਬ ਕਰਨ ਵਾਲਾ ਤੁਸੀਂ ਰੱਖਿਆ ਹੈ ਨਾ, ਅਸਲ ਦੇ ਵਿੱਚ ਉਹ ਸਭ ਕੁਝ ਲੁਟਾਈ ਜਾ ਰਿਹਾ ਹੈ। ਤੇ ਫਿਰ ਹਿਸਾਬ ਕਿਤਾਬ ਜਿਵੇਂ ਮੰਗਿਆ ਜਾਏਗਾ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਫਿਰ ਉੱਥੇ ਕਿਵੇਂ ਹੋਏਗੀ, ਉਹ ਆਉਣ ਵਾਲੇ ਦੀਵਾਨਾਂ ਵਿੱਚ ਆਪਾਂ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ हे ਹੈ, पार ब्रह्म अविनाशी अघनाश। हे पूरन हे सर्ब दुख मैं, भंजन गुणदास। हे संगी हे हे निरंकार, निर्गुण सब टेक। हे गोविंद हे गुण निधान, जाके सदा विवेक। हे अपरंपर हर हरे, है पी हो वनहार। हे संतां कै सदा संग, निधारा आधार। हे ठाकुर हूँ दासरो, मैं निर्गुण गुण नहीं कोई। नानक दीजै नाम दा, राखो हिय परो। आए प्रभु शरणागति, कृपा नित दयाल। एक अखर हर मन बसत, नानक होत निहाल।
ਆਏ ਪ੍ਰਭ ਸ਼ਰਨਾਗਤੀ। ਕਿਰਪਾ ਨਿਤ ਦਇਆਲ। ਏਕ ਅਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।